सत श्री अकाल। दैनिक स्वराज ਤੁਹਾਡਾ स्वागत है ਤੇ मैं हरमन। पंजाब के मुख्य मंत्री चरणजीत सिंह चन्नी ने कहा है कि सूबा सरकार दिल्ली ਦੀਆਂ सरहदां तो जित प्राप्त करके वापसी ਤੇ स्वागत करेगी। मुख्य मंत्री चन्नी ने कहा है कि ਇਹ ਲੋਕਾਂ ਦੀ ਜਿੱਤ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਏਕਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। उन्होंने कहा कि 1 साल तो किसानों ਦੀਆਂ ਮੰਗਾਂ ਵੱਲ ਧਿਆਨ ਦੇਣ ਦੇ ਬਾਵਜੂਦ ਭਾਜਪਾ ਆਗੂ ਚੋਣਾਂ ਵਿੱਚ ਲਾਹਾ ਲੈਣ ਦੀ ਫਰਾਕ ਵਿੱਚ ਹਨ। उन्होंने कहा कि उन्होंने दी सरकार किसानों ते मजदूरों के नाल खड़ी है ते उन्होंने वालों किसानों की हर तरह की मदद की जाएगी। सीएम चन्नी ने कहा कि दिल्ली विखे धरना समाप्त करके पंजाब विच वापस आने ते किसानों का स्वागत किया जाएगा। खेती कानूनों के खिलाफ किसानी धरना समाप्त हो गया ते किसानों वालों अज दिल्ली तो चाले पाए जा रहे हैं। केंद्र सरकार वालों किसानों दी सारियां मंगां मन्ने जाण तो बाद किसानों वालों धरना समाप्त कर दिता गया। दस दी कि किसानों का यह धरना 1 साल तो ज्यादा समा चलिया। खेती कानूनों के विरोध विच भी किसानों तो 10 दिन बाद कांग्रेस वालों भी दिल्ली ते जंतर मंतर ते धरना लगाया गया सी, जो लगातार जारी। बाबे नानक दे सर्ब सांझीवालता दे सुनेहे ते पैरा दे रही पंजाब सरकार। पंजाब दे मुख मंत्री चरणजीत सिंह चन्नी ने हिंदू भाईचारे लिए भी वड्डे ऐलान कीते ने। पवित्र रामायण, महाभारत ਅਤੇ श्रीमद भगवत गीता ਦੇ ਉੱਪਰ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ। ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਪਿੰਡ ਖਾਟੀ ਦੇ ਵਿੱਚ ਮੱਥਾ ਟੇਕਣ ਦੇ ਬਾਅਦ ਸੀਐਮ ਚੰਨੀ ਨੇ ਇਹ ਐਲਾਨ ਕੀਤੇ ਅਤੇ ਕਿਹਾ ਹੈ ਕਿ ਰਿਸਰਚ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਰਲਡ ਲੈਵਲ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਨੇ ਕਿ ਰਾਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਤ ਗੀਤਾ ਸਦੀਆਂ ਤੋਂ ਮਨੁੱਖਤਾ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਸ ਦੇ ਅਸਰ ਨੂੰ ਪਹੁੰਚਾਇਆ ਜਾਣਾ ਚਾਹੀਦਾ ਹੈ। मेरा बचपन तो सोच है श्री भगवत गीता से अपना एक अध्ययन सेक्टर, एक महाभारत के अध्ययन, एक रामायण के अध्ययन सेक्टर हो। सो ऐसी हूँ पंजाब दे विच एक बड़ी जगह लेके ये रिसर्च सेंटर को। ਪੰਜਾਬ ਸਰਕਾਰ ਸਭ ਧਰਮਾਂ ਦਾ ਤੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਨੂੰ ਇਕਜੁੱਟ ਕਰਕੇ ਤਰੱਕੀ ਦੇ ਰਾਹ ਪਾ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਰਿਹਾ ਜਿਸ ਨੂੰ 13 ਦਸੰਬਰ ਨੂੰ ਸਮਾਪਤ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ सांसद ਗੁਰਜੀਤ ਔਜਲਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿੱਚ ਸਹਿਮਤੀ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦ੍ਰਿੜ ਇਰਾਦੇ ਨਾਲ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਲਗਾਇਆ ਗਿਆ ਤੇ ਹੁਣ 13 ਦਸੰਬਰ ਨੂੰ ਧਰਨਾ ਸਮਾਪਤ ਕਰਨਗੇ। ਗੁਰਜੀਤ ਔਜਲਾ ਨੇ ਕਿਹਾ ਹੈ ਕਿ ਇਹ ਦੇਸ਼ ਦੇ ਹਰ ਨਾਗਰਿਕ ਦੀ ਜਿੱਤ ਹੋਈ ਹੈ। ਉਹਨਾਂ ਧਰਨੇ ਵਿੱਚ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਤੇ ਲੰਬੇ ਸਮੇਂ ਤੋਂ 3 ਜਿਹੜੇ ਕਿਸਾਨੀ ਵਿਰੁੱਧ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਸੀ, ਬਣਾਏ ਗਏ ਸਰਕਾਰ ਵੱਲੋਂ, ਉਹਨਾਂ ਦੇ ਵਿਰੁੱਧ ਧਰਨਾ ਜਿਹੜਾ ਆ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਾਰਡਰਾਂ ਦੇ, ਦਿੱਲੀ ਦੇ ਬਾਰਡਰਾਂ ਤੇ ਲਾਇਆ ਜਾ ਰਿਹਾ ਸੀ। ਔਰ ਜਦੋਂ ਕਿਸਾਨ ਚੱਲੇ ਸੀ ਉਹ ਜੰਤਰ ਮੰਤਰ ਪਹੁੰਚਣ ਵਾਸਤੇ ਦਿੱਲੀ ਚੱਲੇ ਸੀ। ਸੋ ਮੈਂ, ਮੇਰੇ ਸਾਥੀ ਰਮਨੀਤ ਬਿੱਟੂ ਜੀ ਮੈਂਬਰ ਪਾਰਲੀਮੈਂਟ, ਜਸਵੀਰ ਸਿੰਘ ਗਿੱਲ ਜੀ ਮੈਂਬਰ ਪਾਰਲੀਮੈਂਟ, ਕੁਲਬੀਰ ਸਿੰਘ ਜੀਰਾ ਜੀ ਐਮਐਲਏ ਤੇ ਕਵਲਪ੍ਰੀਤ ਸਿੰਘ ਲੱਕੀ ਔਰ तमाम ਸਾਥੀਆਂ ਨੇ ਅਸੀਂ 10 ਦਿਨ ਬਾਅਦ ਧਰਨਾ ਜਿਹੜਾ ਸੀ ਉਹ ਜੰਤਰ ਮੰਤਰ ਤੇ ਸ਼ੁਰੂ ਕਰਤਾ ਸੀ। ਅੱਜ 369 ਦਿਨ ਹੋ ਗਏ ਨੇ। ਕ੍ਰਿਸ਼ੀ ਕਾਨੂੰਨ ਵਾਪਸ ਹੋ ਗਏ ਨੇ ਔਰ ਉਸ ਤੋਂ ਬਾਅਦ ਜਿਹੜੀ तमाम ਮੰਗਾਂ ਸੀ ਉਹਨਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਤੇ ਸਰਕਾਰ ਦੀ ਸਹਿਮਤੀ ਬਣ ਗਈ ਹੈ, ਜਿਹਦੇ 'ਚ ਐਮਐਸਪੀ ਦੇ ਕਮੇਟੀ ਬਣ ਗਈ ਹੈ। ਜਿਹੜੇ ਸਾਰੇ FIR ਰਜਿਸਟਰ ਹੋਈਆਂ ਕਿਸਾਨਾਂ ਤੇ ਸਾਰੇ ਦੇਸ਼ 'ਚ ਉਹ ਵਾਪਸ ਲੈਣੀਆਂ ਨੇ ਔਰ ਨਾਲ ਦੀ ਨਾਲ ਜਿਹੜਾ ਪਰਾਲੀ ਵਾਲਾ ਕਾਨੂੰਨ ਸੀ ਉਹ ਨਹੀਂ ਲੈ ਕੇ ਆਉਣਗੇ। ਬਿਜਲੀ ਦੇ ਉੱਤੇ ਵੀ ਜਿਹੜਾ ਕਾਨੂੰਨ ਲੈ ਕੇ ਆਉਣਾ ਉਹ ਨਹੀਂ ਲੈ ਕੇ ਆਉਣਗੇ। ਸੋ तमाम ਸ਼ਰਤਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਹੋ ਗਈ ਆ। ਹੁਣ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਔਰ तमाम ਜਥੇਬੰਦੀਆਂ ਨੇ ਐਲਾਨ ਕੀਤਾ ਕਿ 11 ਤਰੀਕ ਨੂੰ ਉਹਨਾਂ ਦੀ ਧਰਨਾ ਸਮਾਪਤ ਕਰਕੇ ਪੰਜਾਬ ਨੂੰ ਵਾਪਸ ਜਾਣਗੇ। ਔਰ ਅਸੀਂ ਇੱਕ ਵਾਅਦਾ ਕੀਤਾ ਸੀ ਸ਼ੁਰੂ 'ਚ, ਕਿਉਂਕਿ ਰਾਜਨੀਤਿਕ ਬੰਦੇ ਇੰਨਾ ਲੰਬਾ ਸਮਾਂ ਧਰਨਾ ਲਾਉਂਦੇ ਨਹੀਂ, ਪਰ ਅਸੀਂ ਇੱਕ ਦ੍ਰਿੜਤਾ ਲੈ ਕੇ ਚੱਲੇ ਸਾਂ। ਇੱਕ ਵਾਅਦਾ ਕੀਤਾ ਸੀ ਕਿ ਜਿੱਦਣ ਧਰਨਾ ਇਹਨਾਂ ਦਾ ਮੁੱਕੇਗਾ ਉਸ ਤੋਂ 1 ਦਿਨ ਬਾਅਦ ਅਸੀਂ ਧਰਨਾ ਆਪਣਾ ਸਮਾਪਤ ਕਰਾਂਗੇ। ਸੋ ਅਸੀਂ 11 ਨੂੰ ਉਹ ਸਮਾਪਤ ਕਰ ਰਹੇ ਨੇ। 13 ਤਰੀਕ ਨੂੰ ਅਸੀਂ ਜਿਹੜਾ ਜੰਤਰ ਮੰਤਰ ਵਿਖੇ ਧਰਨਾ ਸਾਡਾ ਚੱਲ ਰਿਹਾ ਉਹ ਅਸੀਂ 13 ਤਰੀਕ ਨੂੰ ਇੱਥੋਂ ਸਮਾਪਤ ਕਰਾਂਗੇ। ਔਰ ਇਹ ਜਿਹੜੀ ਵੱਡੀ ਜੰਗ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਜਿਹੜੀ ਕਿਸਾਨ ਜਥੇਬੰਦੀਆਂ ਨੇ ਲੜੀ ਹੈ ਇਹ ਜਿੱਤੀ ਗਈ ਹੈ। ਇਹ ਜਿੱਤ ਜਿਹੜੀ ਆ ਆਮ ਪੰਜਾਬੀਆਂ ਦੀ, ਆਮ ਦੇਸ਼ ਨਾਗਰਿਕ ਦੀ ਜਿੱਤ ਹੋਈ ਹੈ, ਜਿਨ੍ਹਾਂ ਨੇ ਇਸ 3 ਕਾਲੇ ਕਾਨੂੰਨ ਦੇ ਵਿੱਚ ਵੱਡਾ ਹਿੱਸਾ ਪਾਇਆ, ਚਾਹੇ ਕਿਸੇ ਵੀ ਰੂਪ 'ਚ ਉਹਨਾਂ ਪਾਇਆ। ਅਸੀਂ ਉਹਨਾਂ ਦੀ ਸਮਰਥਨ ਵਾਸਤੇ ਇੱਥੇ ਧਰਨਾ ਸ਼ੁਰੂ ਕੀਤਾ ਸੀ ਔਰ ਸਾਡਾ ਜਿਹੜਾ ਤਿਲ ਫੁੱਲ ਹੈ ਉਹ
ਆਪਣੀ ਕੋਸ਼ਿਸ਼ ਦੇ ਜ਼ਰੀਏ ਅਸੀਂ ਲੋਕਾਂ ਤੱਕ ਆਪਣੀ ਜਿਹੜੀ ਦਿਲ ਦੀ ਗੱਲ ਸੀ, ਕਿਸਾਨ ਜਥੇਬੰਦੀਆਂ ਦੇ ਹੱਕ ਦੀ ਗੱਲ ਸੀ, ਲੋਕਾਂ ਦੀ ਆਵਾਜ਼ ਬਣਦੀ ਗੱਲ ਸੀ, ਉਹ ਅਸੀਂ ਲੋਕਾਂ ਤੱਕ ਪਹੁੰਚਾਈ। ਸੋ ਇਹ 'ਚ ਸਾਥ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੇ 13 ਤਰੀਕ ਨੂੰ ਅਸੀਂ ਆਪਣੇ ਧਰਨੇ ਦੀ ਸਮਾਪਤੀ ਜੰਤਰ ਮੰਤਰ ਦਿੱਲੀ ਤੋਂ ਕਰਾਂਗੇ। ਜਿਉਂ-ਜਿਉਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਸਿਆਸੀ ਗਲਿਆਰਿਆਂ ਵਿੱਚ ਤੇਜ਼ੀ ਵਧਦੀ ਜਾ ਰਹੀ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਐਲਾਨਿਆ ਗਿਆ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਹਰ ਪਾਰਟੀ ਦੀ ਆਪਣੀ ਰਣਨੀਤੀ ਹੁੰਦੀ ਹੈ, ਜਿਸ ਦੇ ਤਹਿਤ ਸਮਾਂ ਆਉਣ ਤੇ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਹੈ। ਟਿਕਟ ਦੇਣ ਵਿੱਚ ਦੇਰ ਨਹੀਂ ਹੋਈ। ਇਸ ਦੇ ਨਾਲ ਹੀ ਔਰਤਾਂ ਨੂੰ 1000 ਰੁਪਏ ਭੱਤਾ ਦੇਣ ਦੇ ਐਲਾਨ ਤੇ ਉਹਨਾਂ ਦੱਸਿਆ ਕਿ ਉਹਨਾਂ ਪੂਰਾ ਹਿਸਾਬ ਲਗਾ ਕੇ ਐਲਾਨ ਕੀਤਾ ਹੈ ਅਤੇ ਸਰਕਾਰ ਬਣਨ ਤੇ ਇਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਸਰ ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਹਾਨੂੰ ਵੀ ਅੱਜ ਜਿਹੜੀ ਆ ਤੁਹਾਡੀ ਟਿਕਟ ਕਲੀਅਰ ਕਰ ਦਿੱਤੀ ਗਈ, ਅੱਜ ਨਾਮ ਅਨਾਉਂਸ ਕਰ ਦਿੱਤਾ ਗਿਆ ਪਾਰਟੀ ਵੱਲੋਂ। ਲੱਗਦਾ ਨਹੀਂ ਵੀ ਦੇਰ ਕੀਤੀ ਹੈ? नहीं बिल्कुल ठीक चल रहा है। इलेक्शन देखो 2022 ਦਾ ਆ ਰਿਹਾ ਹੈ, ਸਾਰਾ ਕੁਝ ਸਹੀ ਸਮਾਂ ਤੇ ਹੋ ਰਿਹਾ ਹੈ। ਇੱਕ ਸਟ੍ਰੈਟਜੀ ਹੁੰਦੀ ਹੈ, ਹਰ ਪਾਰਟੀ ਦੀ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਹੈ ਤੇ ਕੋਈ ਪਾਰਟੀ ਪਹਿਲਾਂ ਕਰ ਦਿੰਦੀ ਹੈ, ਕੋਈ ਪਾਰਟੀ ਬਾਅਦ ਦੇ ਵਿੱਚ ਕਰਦੀ ਹੈ। ਬੀਜੇਪੀ ਨੇ ਤਾਂ ਆਪਣਾ ਕੀਤਾ ਹੀ ਨਹੀਂ ਹੈ, ਇੱਕ ਵੀ ਨਹੀਂ ਕੀਤਾ ਹੈ। ਉਹਨਾਂ ਦੀ ਆਪਣੀ ਸਟ੍ਰੈਟਜੀ ਹੋਗੀ, ਅਸੀਂ ਆਪਣੀ ਸਟ੍ਰੈਟਜੀ ਦੇ ਹਿਸਾਬ ਦੇ ਨਾਲ ਚੱਲ ਰਹੇ ਹਾਂ ਤੇ ਇਸ ਕਰਕੇ ਕੋਈ ਮਤਲਬ ਦੇਰੀ ਵਾਲੀ ਕੋਈ ਗੱਲ ਨਹੀਂ ਹੈ। ਅਕਾਲੀ ਦਲ ਦੀ ਗੱਲ ਕਰੀਏ ਤੇ ਅਨਿਲ ਜੋਸ਼ੀ ਜਿਹੜੇ ਆ ਤੁਹਾਡੇ ਸਾਹਮਣੇ ਖੜੇ ਨੇ, ਵਾ ਕਾਫੀ ਵੱਡਾ ਚਿਹਰਾ ਆ ਮੰਨਿਆ ਜਾਂਦਾ, ਜਿਹੜਾ ਕਾਫੀ ਲੰਬੇ ਸਮੇਂ ਤੋਂ ਉੱਥੋਂ ਜਿੱਤ ਵੀ ਹਾਸਲ ਕਰ ਰਹੇ ਨੇ। ਲੱਗਦਾ ਆ ਵੀ ਚੁਣੌਤੀ ਰਹੇਗੀ। ਤੁਹਾਨੂੰ ਪਤਾ ਨਹੀਂ ਹੈ ਉਹਨਾਂ ਦੇ ਬਾਰੇ, ਤੁਹਾਨੂੰ ਪਤਾ ਨਹੀਂ ਹੈ ਉਹਨਾਂ ਦੇ ਬਾਰੇ। ਤੁਸੀਂ ਦੱਸੋ ਸਰ ਖੁੱਲ ਕੇ। ਚਿਹਰਾ ਕੋਈ ਵੱਡਾ ਨਹੀਂ ਹੁੰਦਾ ਹੈ, ਜੋ ਜਨਤਾ ਹੁੰਦੀ ਹੈ ਨਾ ਉਹੀ ਵੱਡੀ ਹੁੰਦੀ ਹੈ। ਇਹ ਲੋਕੀ ਜਿਹੜੇ ਲੀਡਰ ਹੁੰਦੇ ਨੇ ਨਾ ਆਪਣੇ ਆਪ ਨੂੰ ਸਮਝ ਲੈਂਦੇ ਨੇ ਵੱਡਾ ਕੋਈ ਨਹੀਂ ਹੁੰਦਾ ਹੈ। ਜੋ ਆਮ ਜਨਤਾ ਹੁੰਦੀ ਹੈ, ਗਰੀਬ ਜਨਤਾ ਹੁੰਦੀ ਹੈ ਨਾ, ਡੈਮੋਕ੍ਰੇਸੀ ਦੇ ਵਿੱਚ ਉਹ ਵੱਡੀ ਹੁੰਦੀ ਹੈ। ਤੇ ਜਿਸ ਨੂੰ ਤੁਸੀਂ ਵੱਡਾ ਚਿਹਰਾ ਬੋਲਦੇ ਹੋ ਉਹ ਵਾਕਈ ਉਹ ਵੱਡਾ ਨਹੀਂ ਹੁੰਦਾ ਹੈ। ਤੇ ਲੋਕਾਂ ਦੇ ਵਿੱਚ ਹੰਕਾਰ ਇੱਕ ਹੁੰਦਾ ਹੈ ਕਿ ਅਸੀਂ ਵੱਡੇ ਹਾਂ ਜੀ, ਵੱਡਾ ਕੋਈ ਨਹੀਂ ਹੈ। ਹਮੇਸ਼ਾ ਲੀਡਰ ਨੂੰ ਇੱਕ ਸੇਵਕ ਬਣ ਕੇ ਰਹਿਣਾ ਚਾਹੀਦਾ ਹੈ ਤੇ ਸੇਵਕ ਦੀ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ ਲੋਕਾਂ ਦੀ। ਤੇ ਲੋਕਾਂ ਦੇ ਮਤਲਬ ਜੋ ਮਨਸੂਬੇ ਨੇ, ਉਹਨਾਂ ਦੀਆਂ ਜੋ ਉਮੀਦਾਂ ਨੇ, ਉਹਨਾਂ ਉਮੀਦਾਂ ਦੇ ਹਿਸਾਬ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਜਦੋਂ ਮੈਂ SSP ਅੰਮ੍ਰਿਤਸਰ ਸੀਗਾ, ਇਹਨਾਂ ਨੇ ਪ੍ਰੋਟੈਸਟ ਕੀਤਾ ਸੀ। ਜਦੋਂ ਜਨਤਾ ਖੁਸ਼ ਸੀਗੀ, ਲੀਡਰ ਨੂੰ ਤਕਲੀਫ ਹੁੰਦੀ ਸੀ। ਕਿਉਂ ਲੀਡਰ ਨੂੰ ਤਕਲੀਫ? ਕਿਉਂਕਿ ਜਿਹੜੇ ਮਾੜੇ ਅਨਸਰ ਨੇ, ਘਟੀਆ ਕਿਸਮ ਕੇ ਲੋਕ ਨੇ, ਜੋ ਮਤਲਬ ਕ੍ਰਿਮੀਨਲਸ ਨੇ, ਕ੍ਰਿਮੀਨਲਸ ਦੀ ਸੁਣਵਾਈ ਅਸੀਂ ਨਹੀਂ ਕਰਦੇ ਸੀ। ਆਮ ਜਨਤਾ ਖੁਸ਼ ਸੀਗੀ, ਲੀਡਰ ਨਾ ਖੁਸ਼ ਸੀਗੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਤਰ੍ਹਾਂ ਦੇ ਲੀਡਰਾਂ ਨੂੰ ਵੱਡਾ ਚਿਹਰਾ ਨਹੀਂ ਬੋਲਣਾ ਚਾਹੀਦਾ ਹੈ, ਕਿਉਂਕਿ ਜਨਤਾ ਨੇ ਦਿਖਾ ਦਿੱਤਾ ਸੀ ਕਿ ਵੱਡਾ ਕੌਣ ਹੁੰਦਾ ਹੈ, ਛੋਟਾ ਕੌਣ ਹੁੰਦਾ ਹੈ। ਤਾਂ ਹੀ 2017 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਆਪਣਾ ਕਰ ਲਿਆ ਸੀ। ਮਹਿਲਾਵਾਂ ਨੂੰ 1000 ਰੁਪਇਆ ਦੇਣ ਦੀ ਜਿਹੜੀ ਤੁਸੀਂ ਘੋਸ਼ਣਾ ਕੀਤੀ ਆ, ਉਸ ਤੋਂ ਬਾਅਦ ਜਿਹੜਾ ਆ ਅਕਾਲੀ ਦਲ ਨੇ ਜਿਹੜਾ 2000 ਰੁਪਇਆ ਦੇਣ ਦੀ ਘੋਸ਼ਣਾ ਕਰ ਦਿੱਤੀ। ਕਿਵੇਂ ਦੇਖਦੇ ਹੋ? ਤੁਹਾਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਆ 1000 ਨੂੰ ਲੈ ਕੇ ਜਿਹੜਾ ਘੇਰਦੀਆਂ ਵੀ ਨੇ, ਕਿਵੇਂ ਦੇਖਦੇ ਹੋ? ਦੇਖੋ, ਜੇਕਰ ਅਸੀਂ ਸਿਰਫ ਵਾਅਦਾ ਕਰਨਾ ਹੁੰਦਾ ਨਾ ਤਾਂ ਅਸੀਂ 5000 ਵੀ ਬੋਲ ਸਕਦੇ ਸੀ, 10000 ਵੀ ਬੋਲ ਸਕਦੇ ਸੀ। ਤਾਂ ਅਸੀਂ ਇੱਕ ਸਟੱਡੀ ਕੀਤੀ ਹੈ, ਵਧੀਆ ਤਰੀਕੇ ਦੇ ਨਾਲ ਸਟੱਡੀ ਕਰਕੇ, ਕੈਲਕੂਲੇਸ਼ਨ ਕਰਕੇ, ਐਕਸਪਰਟਸ ਦੇ ਨਾਲ ਰਾਏ ਲੈ ਕੇ, ਫਿਰ ਪਾਰਟੀ ਦੇ ਵਿੱਚ ਵਿਚਾਰ ਵਿਮਰਸ਼ ਕਰਕੇ ਇੱਕ 1000 ਰੁਪਏ ਦਾ ਜੋ ਅਸੀਂ ਕਰ ਸਕਦੇ ਹਾਂ ਵਹੀ ਅਸੀਂ ਐਲਾਨ ਕੀਤਾ ਹੈ। ਬਾਕੀਆਂ ਪਾਰਟੀਆਂ ਦਾ, ਅਕਾਲੀ ਦਲ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ 10 ਸਾਲ ਤੋਂ ਉਹਨਾਂ ਨੇ ਰਾਜ ਕੀਤਾ, 2007 ਤੋਂ ਲੈ ਕੇ 17 ਤੱਕ। 1 ਰੁਪਇਆ ਵੀ ਦਿੱਤਾ ਹੋਵੇ ਤਾਂ ਦੱਸ ਦਿਓ। ਸਗੋਂ ਇਹਨਾਂ ਨੇ ਐਕਸਪਲਾਈਟੇਸ਼ਨ ਕੀਤਾ। ਮਹਿਲਾਵਾਂ ਦੀ ਸੁਰੱਖਿਆ ਤੁਸੀਂ ਦੇਖੋਗੇ, ਜਿੰਨਾ ਜ਼ਿਆਦਾ ਅਤਿਆਚਾਰ ਜ਼ੁਲਮ ਮਹਿਲਾਵਾਂ 'ਤੇ ਉਸ ਸਰਕਾਰ ਦੇ ਵਿੱਚ ਹੋਇਆ, ਸਨੈਚਿੰਗ, ਗੁੰਡਾਗਰਦੀ, ਇਵਟੀਜਿੰਗ, ਬਲਾਤਕਾਰ, ਇਸ ਤਰ੍ਹਾਂ ਦੀਆਂ ਘਟਨਾਵਾਂ ਉਸ ਸਰਕਾਰ ਦੇ ਦੌਰਾਨ ਜੋ ਹੋਈਆਂ, ਉਹ ਦੇਖੋ ਇੱਕ ਰਿਕਾਰਡ ਹੈ। ਇਸ ਕਰਕੇ ਉਹਨਾਂ ਦੇ ਕਹਿਣ 'ਤੇ ਮਤਲਬ ਕੁਝ ਹੋਣਾ ਨਹੀਂ ਹੈ। ਆਮ ਜਨਤਾ ਉਹਨਾਂ ਨੂੰ ਨਕਾਰ ਚੁੱਕੀ ਹੈ। ਅਕਾਲੀ ਦਲ ਨੂੰ ਪੰਜਾਬ ਦੇ ਵਿੱਚ 117 ਸੀਟਾਂ ਤੋਂ ਇੱਕ ਵੀ ਸੀਟ ਨਹੀਂ ਆਉਣੀ ਹੈ, ਇਹ ਤੁਸੀਂ ਲਿਖ ਕੇ ਰੱਖਣਾ। ਦੇਸ਼ ਦੇ ਪਹਿਲੇ ਮੁੱਖ ਰੱਖਿਆ ਪ੍ਰਧਾਨ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਮਾਧੁਲਿਕਾ ਰਾਵਤ ਦਾ ਸ਼ੁੱਕਰਵਾਰ ਨੂੰ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਨਰਲ ਰਾਵਤ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਧੀਆਂ ਵੱਲੋਂ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਾਰਿਆਂ ਨੇ ਜਨਰਲ ਰਾਵਤ ਦੇ ਨਾਅਰਿਆਂ ਦੇ ਨਾਲ ਨਮ ਅੱਖਾਂ ਨਾਲ ਉਹਨਾਂ ਨੂੰ ਵਿਦਾਈ ਦਿੱਤੀ। ਇਸ ਮੌਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਟਵਿੱਟਰ ਤੇ ਵੀਡੀਓ ਰਾਹੀਂ ਕਿਹਾ ਕਿ ਜਦੋਂ ਵੀ ਕੋਈ ਆਪਣੇ ਕਰਤੱਵ ਦਾ ਪਾਲਣ ਕਰਦੇ ਹੋਏ ਦੇਸ਼ ਦੇ ਪ੍ਰਤੀ ਸਰਲ ਉੱਚ ਭਾਵਨਾ ਜਗਾ ਕੇ ਆਪਣੀ ਜਾਨ ਵਾਰ ਜਾਂਦਾ ਹੈ ਤਾਂ ਉਹ ਸਦਾ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਬਿਪਿਨ ਰਾਵਤ ਦੇ ਨਾਲ ਉਹਨਾਂ ਦੇ 12 ਸਾਥੀ ਵੀ ਸ਼ਹੀਦ ਹੋ ਗਏ, ਜੋ ਸਾਡੇ ਦਿਲਾਂ ਵਿੱਚ ਹਮੇਸ਼ਾ ਜੀਵਤ ਰਹਿਣਗੇ ਅਤੇ ਕੁਰਬਾਨੀ ਦੀ ਭਾਵਨਾ ਅਲਖ ਜਗਾਉਂਦੀ ਰਹੇਗੀ। बलिदान समय नहीं देखता, समय के माथे पे अंकित हो जाता है। दीपक खुद को जला के काला होके संसार का अंधकार खाता है। बीज मिट्टी में गल के
खुद को मिटा के अनेकों की उत्पत्ति करता है। जब भी कोई अपने कर्तव्य पथ पे, अपने फर्ज पे डटा रह के देश के प्रति सर्वोच्च भावना जगाते हुए अपनी जान निसार कर जाता है, तो मुझे लगता है कि वो सदा सदा के लिए प्रेरणा का स्रोत बन जाता है। बिपिन रावत साहब और उनके साथ उनके 12 कलीग्स शहीद हुए हैं, हमारे दिल में सदा जीवित रहेंगे और एक अलख का दिया हमारे भीतर जलता रहेगा। कुर्बानी की भावना अलख जगाती रहेगी। वंदे कहो कहो मातरम, बात है अपनी आन की, बात है अपनी शान की। जय भारत जय भारती, जय बोलो हिंदुस्तान की। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਮਨੀਸ਼ ਸਿਧਾਣਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੁਝ ਦਿਨ ਪਹਿਲਾਂ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ। ਅਨੀਸ਼ ਸਿਧਾਣਾ ਕਾਂਗਰਸ ਵਿੱਚ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਦੱਸਿਆ ਜਾ ਰਿਹਾ ਹੈ ਕਿ 20 ਕੁ ਦਿਨ ਪਹਿਲਾਂ ਹੀ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ, ਪਰ ਕੁਝ ਕਾਰਨਾਂ ਦੇ ਕਰਕੇ ਉਹਨਾਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨੀਸ਼ ਸਿਧਾਣਾ ਨੇ ਕਿਹਾ ਕਿ ਰਾਜਨੀਤੀ ਉਸ ਦੇ ਲਈ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ, ਨਾ ਕਿ ਕਿਸੇ ਅਹੁਦੇ ਲਈ। ਕਰੀਬ 1 ਸਾਲ ਤੋਂ ਮੈਂ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਸਾਡਾ ਆਪਸ ਦੇ ਵਿੱਚ ਡੈਲੀਬਰੇਸ਼ਨਸ ਹੋ ਰਹੀਆਂ ਸੀ ਔਰ ਕੁਝ ਗੱਲਾਂ ਸਾਡੇ ਵਿੱਚ ਤੈਅ ਹੋਈਆਂ ਸੀ। ਮੈਨੂੰ ਬਹੁਤ ਅਫਸੋਸ ਹੋਇਆ ਪਿੱਛੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੁਝ ਲੀਡਰ ਸਾਹਿਬਾਨ ਨੇ, ਜੋ ਸੀਨੀਅਰ ਲੀਡਰਸ, ਉਹਨਾਂ ਨੇ ਹਿੰਦੂਜ਼ ਦੇ ਬਾਰੇ, ਉਹਨਾਂ ਨੂੰ ਸੰਪਰਦਾਇਕ ਕਿਹਾ। ਮੈਂ ਸਾਰੀਆਂ ਗੱਲਾਂ ਬਾਦਲ ਸਾਹਿਬ ਦੇ ਨੋਟਿਸ ਵੀ ਲਿਆਂਦੀਆਂ। ਮੈਂ ਉਹਨਾਂ ਨੂੰ ਕਿਹਾ ਕਿ ਇਹ ਪੋਜੀਸ਼ਨਿੰਗ ਕੀਤੀ ਜਾ ਰਹੀ ਹੈ, ਇਹ ਹਾਰਡ ਲਾਈਨਰਸ ਨੂੰ ਖੁਸ਼ ਕਰਨ ਵਾਸਤੇ ਕੀਤੀ ਜਾ ਰਹੀ ਹੈ ਔਰ ਇਸ ਤਰੀਕੇ ਦੀਆਂ ਗੱਲਾਂ ਕਰਕੇ ਹਿੰਦੂ ਭਾਈਚਾਰਾ, ਜਿਸ ਦੇ ਵਿੱਚ OBC ਵੀ ਆਉਂਦੇ ਨੇ, SCs ਵਿੱਚ ਹੀ ਆਉਂਦੇ ਨੇ, ਔਰ ਮਾਈਨੋਰਿਟੀ ਕਮਿਊਨਿਟੀ, ਮਾਈਨੋਰਿਟੀ ਸਟੇਟਸ 'ਚ ਇੱਥੇ, ਤਾਂ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਪਰ ਮੈਨੂੰ ਅਫਸੋਸ ਕਿ ਮੇਰੇ ਅਗਾਹ ਕਰਨ ਦੇ ਬਾਵਜੂਦ ਵੀ ਉਹ ਲਗਾਤਾਰ ਲੱਗੇ ਰਹੇ। ਔਰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਹਿੰਦੂ ਜ਼ੋਨ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਜਿੱਥੇ ਸਾਡੇ ਵੇਦ ਕਹਿੰਦੇ ਨੇ ਮਾਨਵਤਾ ਦਾ ਭਲਾ, ਸਰਵੇ ਭਵੰਤੂ ਸੁਖਿਨਾ, ਉੱਥੇ ਸਾਡੀ ਬਾਣੀ ਵੀ ਕਹਿੰਦੀ, ਗੁਰੂ ਸਾਹਿਬ ਵੀ ਕਹਿੰਦੇ ਨੇ। ਸੋ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ। ਔਰ ਪਿੱਛੇ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ ਜੀ, ਮੈਂ ਮੰਨਦਾ ਕਿ ਉਹ ਸਿੱਖ ਧਰਮ ਦੇ ਬਹੁਤ ਵਿਦਵਾਨ ਹੈਗੇ ਨੇ, ਮੈਂ ਤਾਂ ਇੱਕ ਬਹੁਤ ਸਧਾਰਨ ਆਦਮੀ ਹਾਂ, ਪਰ ਮੈਨੂੰ ਅਫਸੋਸ ਹੋਇਆ ਜਿਸ ਵੇਲੇ ਕੁਛ ਲੋਕ ਜਦੋਂ BJP ਜਾ ਰਹੇ ਸੀ ਤਾਂ ਇਸ ਕਰਕੇ ਉਹਨਾਂ ਦੀ ਕਹਿ ਰਹੇ ਸੀ ਕਿ ਨਹੀਂ ਇਹ ਤਾਂ ਜੀ ਇਹ ਪੰਥ ਨਾਲ ਇਹਨਾਂ ਨੇ ਗੱਦਾਰੀ ਕੀਤੀ। ਤਾਂ ਕਿਸੇ ਪਾਰਟੀ ਦੇ ਨਾਲ ਪੰਥ ਨੂੰ ਜੋੜ ਦੇਣਾ, ਇਹ ਹਾਰਡ ਲਾਈਨਰ ਇੱਕ ਸਟੈਂਡ ਹੈ। ਮੈਂ ਬਿਲਕੁਲ ਨਿਮਰਤਾ ਸਾਥ ਬੇਨਤੀ ਕਰਾਂਗਾ, ਉਹਨਾਂ ਨੂੰ ਯਾਦ ਹੀ ਹੋਵੇਗਾ ਕਿ 9ਵੇਂ ਪਾਤਸ਼ਾਹ ਹਿੰਦੀ ਚਾਦਰ ਤਿਲਕ ਜੰਜੂ ਕੇ ਰਾਖੇ, ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ, ਤੇ ਉਸੇ ਹਿੰਦੂ ਧਰਮ ਨੂੰ ਸੰਪਰਦਾਇ ਕਹਿਣ ਲੱਗੇ। ਸੋ ਮੈਂ ਇਸ ਗੱਲ ਕਿ ਮੇਰਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ ਕਿਸੇ ਨਾਲ, ਲੇਕਿਨ ਇਹ ਜਿਹੜੇ ਵਿਚਾਰ ਆਏ ਇਹ ਬਿਲਕੁਲ ਹੀ ਕੰਟਰਾਸਟ। ਤੇ ਸਾਨੂੰ ਹੁਣ ਤੱਕ ਦੇ ਕੁਝ ਖਾਸ ਖਬਰਾਂ, ਜ਼ਿਆਦਾ ਜਾਣਕਾਰੀ ਦੀ ਜ਼ਰੂਰਤ ਹੈ ਟੀਵੀ ਦੇ ਨਾਲ। ਤੇ ਹੁਣ ਨਜ਼ਰ ਮਾਰਦੇ ਹਾਂ ਖਬਰਾਂ। ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਉਣ ਤੇ ਪੰਜਾਬ ਸਰਕਾਰ ਕਰੇਗੀ ਕਿਸਾਨਾਂ ਦਾ ਸਵਾਗਤ। ਕਾਂਗਰਸੀ ਆਗੂਆਂ ਵੱਲੋਂ ਦਿੱਲੀ ਜੰਤਰ ਮੰਤਰ ਤੇ ਲਗਾਇਆ ਧਰਨਾ 13 ਦਸੰਬਰ ਨੂੰ ਹੋਵੇਗਾ ਸਮਾਪਤ। ਸਾਂਸਦ ਗੁਰਜੀਤ ਔਜਲਾ ਨੇ ਦਿੱਤੀ ਜਾਣਕਾਰੀ। ਆਪ ਨੇ ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਐਲਾਨਿਆ ਉਮੀਦਵਾਰ। ਕੁੰਵਰ ਵਿਜੇ ਪ੍ਰਤਾਪ ਦਾ ਬਿਆਨ, ਹਰ ਪਾਰਟੀ ਦੀ ਹੁੰਦੀ ਆਪਣੀ ਰਣਨੀਤੀ।